ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਸੁਚੇਤਨਾ ਸਥਾਨ ਦੇ ਸਾਰੇ ਹੀ ਗੁਰਮੁਖ ਵਿਦਵਾਨ ਸੱਜਣਾਂ ਨੂੰ ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਸੋ ਪਿਆਰਿਓ, ਆਓ ਆਸਾ ਕੀ ਵਾਰ ਦੇ 11ਵੀਂ ਪੌੜੀ ਦੇ ਤੀਜੇ ਸ਼ਲੋਕ ਦੀ ਵਿਚਾਰ ਆਪ ਜੀ ਨਾਲ 12ਵੀਂ ਕਰਨ ਜਾ ਪੌੜੀ ਰਹੇ ਦੇ ਹਾਂ। ਤੀਜੇ ਸ਼ਲੋਕ ਦੀ ਵਿਚਾਰ। ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਿਛਾਣੈ, ਸੁਖ ਹੋਵੈ ਦਿਨ ਰਾਤੀ, ਪ੍ਰਾਣਵਤ ਨਾਨਕ ਹੁਕਮ ਪਿਛਾਣੈ, ਸੁਖ ਹੋਵੈ ਦਿਨ ਰਾਤੀ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੂ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਸ਼ਬਦ ਅੰਦਰ ਇਹ ਦੱਸਿਆ ਹੈ ਕਿ ਦੇਖੋ ਭਾਈ, ਜਿਹੜਾ ਜੋਗੀ ਹੈ ਉਹ ਯੋਗ ਦੀਆਂ ਕਿਰਿਆਵਾਂ ਨੂੰ ਸਾਧਣਾ ਤੇ ਜੀਵਨ ਦੀ ਸਿਖਰ ਗਿਆਨ ਨੂੰ ਪ੍ਰਾਪਤ ਕਰਨਾ, ਉਹ ਗਿਆਨ ਨੂੰ ਧਰਮ ਮੰਨਦਾ ਹੈ। ਜਾਂ ਇੰਝ ਕਹੀਏ, ਯੋਗ ਦੀਆਂ ਕਿਰਿਆਵਾਂ ਦੀ ਸਾਧਨਾ ਕਰਨਾ ਉਹਦੇ ਜੀਵਨ ਦਾ ਧਰਮ ਬ੍ਰਿਸ਼ ਹੈ ਤੇ ਗਿਆਨ ਉਸ ਦਾ ਫਲ ਹੈ, ਉਸ ਦੀ ਪ੍ਰਾਪਤੀ ਹੈ। ਬ੍ਰਾਹਮਣ ਦਾ ਕਰਮ ਵਿਦਵਾਨਾਂ ਨੇ ਕੋਸ਼ਾਂ ਅਤੇ ਸ਼ਾਸਤਰਾਂ ਵਿੱਚ 6 ਪ੍ਰਕਾਰ ਦਾ ਲਿਖਿਆ ਹੈ। ਬ੍ਰਾਹਮਣ ਦਾ ਕੰਮ ਹੈ ਵਿਦਿਆ ਪੜ੍ਹਨਾ, ਵਿਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ। ਇਸ ਨੂੰ ਕਿਹਾ ਖਟ ਕਿਰਿਆ ਕਰਮ ਕਰੰਤਾ। ਤੋ ਬ੍ਰਾਹਮਣ ਵੇਦ ਵਿਦਿਆ ਨੂੰ ਪੜ੍ਹਨਾ, ਇਸ ਵੇਦ ਵਿਦਿਆ ਨੂੰ ਹੀ ਉਹ ਧਰਮ ਸਮਝਦਾ ਹੈ। ਭਾਵ ਕਿ ਬ੍ਰਹਮ ਦੀ ਪ੍ਰਾਪਤੀ ਕਰਨੀ, ਬ੍ਰਹਮ ਦੀ ਵਿਚਾਰ ਕਰਨੀ। ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਅਤੇ
ਉਹ ਵੇਦਾਂ ਤੇ ਸ਼ਾਸਤਰਾਂ ਦਾ ਮੁਤਾਲਿਆ ਕਰਦਾ ਹੈ। ਇੰਜ ਹੀ ਖੱਤਰੀਆਂ ਦਾ ਧਰਮ ਹੈ ਕਿ ਸੂਰਮਿਆਂ ਵਰਗੇ ਕੰਮ ਕਰਨੇ, ਸੂਰਮਗਤਾਈ, ਦੇਸ਼ ਕੌਮ ਤੇ ਧਰਮ ਦੇ ਵਾਸਤੇ ਲੜ ਮਰਨਾ ਉਸ ਦਾ ਧਰਮ ਲਿਖਿਆ। ਤੇ ਸ਼ੂਦਰ ਦਾ ਕਰਮ ਹੈ ਪਰਾਈ ਕਿਰਤ ਕਰਨਾ, ਦੂਜਿਆਂ ਤਿੰਨਾਂ ਵਰਨਾਂ ਦੀ ਸੇਵਾ ਕਰਕੇ ਜੀਵਨ ਦਾ ਨਿਰਵਾਹ ਕਰਨਾ। ਪਰ ਇਹ ਸਾਰੀ ਹੀ ਧਾਰਮਿਕ ਵਿਚਾਰ ਸ਼ੈਲੀ ਬ੍ਰਾਹਮਣ ਨੇ ਦਿੱਤੀ ਹੈ ਕਿ ਜੋਗੀ ਦਾ ਕਰਮ ਯੋਗ ਮਤ ਨੂੰ ਪ੍ਰਾਪਤ ਕਰਨਾ। ਸਾਹਿਬ ਨੇ ਜ਼ਿਕਰ ਕੀਤਾ, ਜੋਗੀ ਕਹੈ ਜੋਗ ਭਲ ਮੀਠਾ, ਔਰ ਨ ਦੂਜਾ ਭਾਈ, ਰੁੰਡਤ ਮੁੰਡਤ ਏਕੇ ਸ਼ਬਦੀ, ਏ ਕਹੈ ਲਿਵ ਲਾਈ। ਹਰ ਬਿਨ ਭਰਮ ਭੁਲਾਨੇ ਅੰਧਾ, ਜਾਪੈ ਜਾਉ ਆਪ ਛੁਟਕਾਵਨ, ਤੇ ਬਾਂਧੇ ਬੋ ਫੰਦਾ। ਸਾਹਿਬ ਕਹਿੰਦੇ ਨੇ ਗਿਆਨ ਦੀ ਪ੍ਰਾਪਤੀ ਨੂੰ ਜੋਗੀ ਧਰਮ ਸਮਝਦਾ। ਯੋਗ ਦੀ ਸਿਖਰ ਗਿਆਨ ਹੈ। ਵੇਦਾਂ ਦਾ ਮੁਤਾਲਿਆ ਕਰਕੇ ਬ੍ਰਹਮ ਨੂੰ ਮਹਿਸੂਸ ਕਰਨਾ ਬ੍ਰਾਹਮਣ ਦਾ ਕਰਮ ਸੀ। ਪਰ ਬ੍ਰਾਹਮਣ ਇਹ ਸਭ ਕੁਝ ਭੁੱਲ ਗਿਆ। ਤਾਂ ਸਾਹਿਬ ਮਹਾਰਾਜ ਪਾਤਸ਼ਾਹ ਦੇ ਬਚਨ ਨੇ, ਸਾਹਿਬ ਕਹਿੰਦੇ ਨੇ ਕਿ ਬ੍ਰਾਹਮਣ ਦਾ ਕਰਮ ਕੇਵਲ ਵੇਦਾਂ ਦਾ ਮੁਤਾਲਿਆ ਕਰਨਾ ਅਤੇ ਵੇਦਾਂ ਦੀ ਵਿਚਾਰ ਦਾ ਪ੍ਰਚਾਰ ਕਰਨਾ। ਇਸ ਢੰਗ ਦੇ ਨਾਲ ਵਿਦਵਾਨਾਂ ਨੇ ਵਿਚਾਰ ਦ੍ਰਿੜ ਕਰਵਾਈ ਹੈ ਕਿ ਕਿਸ ਤਰ੍ਹਾਂ ਜਿਹੜਾ ਬ੍ਰਾਹਮਣ ਹੈ ਉਹਦਾ ਕੰਮ ਸੀ ਵੇਦ ਪੜ੍ਹਨੇ, ਵੇਦ ਪੜ੍ਹਾਉਣੇ, ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ। ਤਾਂ ਸਾਹਿਬ ਕਹਿੰਦੇ ਨੇ ਉਹ ਇਸੇ ਨੂੰ ਹੀ ਧਰਮ ਸਮਝੀ ਬੈਠਾ ਹੈ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੁਖਰ ਪਰਨਾ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤ ਮੈਂ ਬਰਿਆਈ। ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਮਾਇਆ ਮੂਠਾ ਚੇਤੇ ਨਾਹੀ, ਭਰਮੈ ਭੂਲਾ ਬਹੁਤੀ ਰਾਹੀ। ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਾਹਮਣ ਦਾ ਧਰਮ ਸੀ, ਪਰ ਬ੍ਰਾਹਮਣ ਅਸਲ ਵਿੱਚ ਜਿਹੜਾ ਧਰਮ ਸੀ ਉਹ ਤੇ ਸਭ ਦਾ ਸਾਂਝਾ ਧਰਮ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ ਕਿ ਮਹਾਰਾਜ ਅਸਲ ਵਿੱਚ ਧਰਮ ਹੈ ਕੀ? ਤੇ ਸਾਹਿਬ ਨੇ ਬੜਾ ਸੋਹਣਾ ਉੱਤਰ ਦਿੱਤਾ। ਮਹਾਰਾਜ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਇਹੀ ਅਸਲ ਵਿੱਚ ਸ੍ਰੇਸ਼ਟ ਧਰਮ ਹੈ, ਇਹੀ ਮਹਾਨ ਧਰਮ ਹੈ। ਤਾਂ ਸਾਹਿਬ ਜੀ ਨੇ
ਸਾਨੂੰ ਸਮਝਾਇਆ ਸੀ ਕਿ ਅਸਲ ਸਰਬ ਸ੍ਰੇਸ਼ਟ ਤੇ ਸਾਂਝਾ ਧਰਮ ਕੀ ਹੈ। ਪਾਤਸ਼ਾਹ ਦਾ ਪਾਵਨ ਬਚਨ ਹੈ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸਲ ਧਰਮ ਉਹ ਹੈ ਜਿਸ ਧਰਮ ਦੇ ਨਿਯਮ ਦੀ ਪਾਲਣਾ ਧਰਤੀ ਵੀ ਕਰ ਰਹੀ ਹੈ, ਆਕਾਸ਼ ਵੀ ਕਰ ਰਿਹਾ, ਚੰਦਰਮਾ ਵੀ ਕਰ ਰਿਹਾ, ਸੂਰਜ ਵੀ ਕਰ ਰਿਹਾ। ਜਿਸ ਧਰਮ ਦੇ ਨਿਯਮ ਦੀ ਪਾਲਣਾ ਪਾਣੀ ਵੀ ਕਰ ਰਿਹਾ, ਪੌਣ ਵੀ ਕਰ ਰਿਹਾ, ਅੱਗ ਵੀ ਕਰ ਰਹੀ ਹੈ, ਸਾਰੀ ਕਾਇਨਾਤ ਕਰ ਰਹੀ ਹੈ। ਸਤਿਗੁਰੂ ਜੀ ਇਸ ਨੂੰ ਵਿਸ਼ਵ ਵਿਆਪੀ ਧਰਮ ਕਹਿੰਦੇ ਹਨ। ਤੇ ਜਦੋਂ ਵਿਸ਼ਵ ਵਿਆਪੀ ਧਰਮ ਦੀ ਗੱਲ ਕਰਦੇ ਨੇ, ਉੱਥੇ ਨਾਲ ਹੀ ਉਹਨਾਂ ਨੇ ਆਪਣੇ ਵਿਸ਼ਵ ਵਿਆਪੀ ਉਪਦੇਸ਼ ਦਾ ਵੀ ਸਿਧਾਂਤਕ ਖੁਲਾਸਾ ਕਰ ਦਿੱਤਾ ਹੈ ਕਿ ਇਹ ਉਪਦੇਸ਼, ਇਹ ਸਿਧਾਂਤ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਤੇ ਉਹ ਕਿਹੜਾ ਧਰਮ ਉਪਦੇਸ਼ ਹੈ? ਤੇ ਸਾਹਿਬ ਕਹਿੰਦੇ ਵੇਖੋ, ਉਹ ਹੈ ਸਿਮਰਨ ਦਾ ਸਿਧਾਂਤ, ਸਿਧਾਂਤਕ ਉਪਦੇਸ਼। ਸਿਮਰਹਿ ਧਰਤੀ ਅਰ ਆਕਾਸ਼ਾ, ਸਿਮਰਹਿ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈਸੰਤਰ ਸਿਮਰਹਿ, ਸਿਮਰੇ ਸਗਲ ਉਪਾਰਜਨਾ, ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਾਤਾਲ ਪੁਰੀਆਂ ਸਭ ਸੱਚ ਸੋਆ, ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਅਗਲੀ ਪੰਕਤੀ ਬੜੀ ਬਾਕਮਾਲ ਦੀ। ਕਹਿੰਦੇ ਸਿਮਰੇ ਬ੍ਰਹਮੇ ਵਿਸ਼ਨ ਮਹੇਸ਼ਾ, ਸਿਮਰੇ ਦੇਵਤੇ ਕੋੜ 33 ਸਿਮਰੇ ਜਖ ਦੈਤ ਸਭ ਸਿਮਰੈ, ਅਗੰਤ ਨ ਜਾਈ ਜਸ ਗਨਾ। ਇਹ ਹੈ ਵਿਸ਼ਵ ਵਿਆਪੀ ਧਰਮ ਦਾ ਨਕਸ਼ਾ ਜਿਹੜਾ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਪੇਸ਼ ਕੀਤਾ ਹੈ। ਸਰਵ ਵਿਆਪੀ, ਸਰਬਕਾਲੀ, ਸਰਵਦਰਸ਼ੀ ਧਰਮ। ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਅੰਤਲੀ ਪੰਕਤੀ ਦੇ ਵਿੱਚ ਆਪਣਾ ਸਿਧਾਂਤ ਰੱਖਿਆ ਕਿ ਸਰਬ ਸ਼ਬਦਮ ਏਕ ਸ਼ਬਦਮ ਜੇ ਕੋ ਜਾਣੇ ਪਿਓ। ਭਾਵ ਕਿ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਇੱਕ ਵਾਹਿਗੁਰੂ ਦਾ, ਪ੍ਰਭੂ ਦਾ, ਕਰਤਾਰ ਦਾ ਸਿਮਰਨ ਕੀਤਾ ਜਾਏ। ਭਾਵ ਕਿ ਯੋਗੀ ਯੋਗ ਦੀਆਂ ਕਿਰਿਆਵਾਂ ਨੂੰ ਸਾਧਦਾ ਹੈ ਤੇ ਯੋਗ ਦਾ ਸਿਧਾਂਤ ਹੈ ਜੋ ਯੋਗ ਦੇ 8 ਅੰਗਾਂ ਤੇ ਖੜਾ ਹੈ। ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਹਾਰ, ਧਿਆਨ, ਧਾਰਨਾ ਤੇ ਸਮਾਧੀ। ਸਮਾਧੀ ਚੋਂ ਯੋਗੀ ਕੀ ਲੱਭਦਾ? ਗਿਆਨ। ਤੇ ਜਿੱਥੇ ਗਿਆਨ ਵਿੱਚ ਯੋਗੀ ਪ੍ਰਵੇਸ਼ ਕਰਦਾ ਹੈ, ਯੋਗੀ ਮਨ ਆਤਮਾ ਕਰਕੇ ਪੂਰੇ ਵਿਸ਼ਵ ਦੇ ਵਿੱਚ ਸਮਾ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੁੜਿਆ ਹੋਇਆ ਯੋਗੀ। ਯੋਗ ਦਾ ਅਰਥ ਹੈ ਜੁੜ ਜਾਣਾ। ਤਾਂ ਸਾਹਿਬ ਕਹਿੰਦੇ ਯੋਗੀ ਦੀ ਯਾਤਰਾ ਗਿਆਨ ਤੋਂ ਅੱਗੇ ਬੰਦ ਹੋ ਜਾਂਦੀ ਹੈ। ਗਿਆਨ ਹੀ ਉਸ ਦਾ ਸਭ ਕੁਛ ਹੈ। ਬ੍ਰਾਹਮਣ ਦਾ ਵਿੱਦਿਆ ਪੜ੍ਹਨੀ, ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਇਸ ਤੋਂ ਅੱਗੇ ਕੁਛ ਨਹੀਂ, ਸਭ ਖਤਮ ਹੋ ਜਾਂਦਾ ਹੈ। ਤਾਂ ਸਾਹਿਬ ਨੇ ਉੱਥੇ ਖੱਤਰੀ ਦਾ ਵੀ ਜ਼ਿਕਰ ਕੀਤਾ ਕਿ ਖੱਤਰੀ ਆਪਣੇ ਸੂਰਮਤਾਈ ਨੂੰ ਦੇਸ਼, ਧਰਮ, ਕੌਮ ਲਈ ਲੜਨਾ ਹੀ ਅਸਲ ਧਰਮ ਸਮਝੀ ਬੈਠਾ ਹੈ। ਤੇ ਸ਼ੂਦਰ ਤਿੰਨਾਂ ਵਰਨਾਂ ਦੀ ਸੇਵਾ ਨੂੰ ਹੀ ਆਪਣਾ ਧਰਮ ਸਮਝੀ ਬੈਠਾ ਹੈ। ਸਾਹਿਬ ਕਹਿੰਦੇ ਨਹੀਂ, ਅਸਲ ਵਿੱਚ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ।
ਜੋ ਸਰਬ ਸ੍ਰੇਸ਼ਟ ਸਰਬ ਸਾਂਝਾ ਧਰਮ ਹੈ ਉਹ ਇੱਕ ਹੈ, ਇੱਕ ਧਰਮ ਹੈ। ਤੇ ਜੇ ਕੋਈ ਮਨੁੱਖ ਇਸ ਭੇਦ ਨੂੰ, ਇਸ ਰਮਜ ਨੂੰ ਸਮਝ ਲਵੇ ਤੇ ਮੈਂ ਉਸ ਦਾ ਦਾਸ ਹਾਂ। ਮਹਾਰਾਜ ਪਾਤਸ਼ਾਹ ਨੇ ਬੜੇ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਇਹ ਬਚਨ ਕੀਤਾ, ਆਓ ਸ਼ਬਦ ਦੀ ਪੰਕਤੀ ਬਾਏ ਪੰਕਤੀ ਵਿਚਾਰ ਨਾਲ ਜੁੜਨਾ ਕਰੀਏ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਸਭ ਕਹਿੰਦੇ ਯੋਗ ਦਾ ਧਰਮ ਹੈ ਗਿਆਨ, ਗਿਆਨ ਇਕੱਠਾ ਕਰਨਾ, ਗਿਆਨ ਪ੍ਰਾਪਤ ਕਰਨਾ, ਯੋਗ ਦੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਸਰੀਰ ਨੂੰ ਗੁਜ਼ਾਰਨਾ। ਤੇ ਯੋਗੀ ਨੂੰ ਜਦੋਂ ਗਿਆਨ ਪ੍ਰਾਪਤ ਹੋ ਜਾਏ ਉਸ ਨੂੰ ਹੀ ਇਹ ਧਰਮ ਸਮਝਦਾ ਹੈ। ਪਰ ਸਾਹਿਬ ਕਹਿੰਦੇ ਨੇ ਜੋਗ ਨਾ ਭੰਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੇ ਉਪਦੇਸ਼। ਮਹਾਰਾਜ ਕਹਿੰਦੇ ਜੰਗਲ ਵਿੱਚ ਜਾ ਕੇ ਭੰਗਵੇਂ ਬਸਤਰ ਪਾ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ। ਜੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਏ ਤੇ ਯਾਦ ਰੱਖਣਾ ਯੋਗ ਘਰ ਦੇ ਵਿੱਚ ਹੀ ਨਸੀਬ ਹੋ ਜਾਂਦਾ ਹੈ। ਤਾਂ ਸਭ ਕਹਿੰਦੇ ਨੇ ਦੂਸਰਾ ਹੈ ਬ੍ਰਾਹਮਣ। ਬ੍ਰਾਹਮਣ ਕੀ ਕਰਦਾ ਹੈ? ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਵੇਦਾਂ ਦਾ ਮੁਤਾਲਿਆ ਕਰਨਾ। ਵੇਦ ਸ਼ਬਦੋਂ ਬ੍ਰਾਹਮਣ, ਵੇਦਾਂ ਨੂੰ ਪੜ੍ਹਨਾ ਬ੍ਰਾਹਮਣ ਨੇ ਆਪਣਾ ਧਰਮ ਥਾਪ ਰੱਖਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕੀ ਕਰਮੈ? ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੂਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤ ਮੈਂ ਬਰਿਆਈ, ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ, ਭੇਖ ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ, ਔਰ ਉਪਦੇਸਿਆ ਆਪ ਨਾ ਬੁਝੈ, ਐਸਾ ਬ੍ਰਾਹਮਣ ਕਹੀ ਨਾ ਸੀਜੈ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਦੇਖਤ ਸੁਨਤ ਤੇਰੇ ਹੈ ਨਾਲ, ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਨੀ ਲਾਗ। ਇਸ ਲਈ ਸਾਹਿਬ ਕਹਿੰਦੇ ਨੇ ਕਿ ਜੇ ਬ੍ਰਾਹਮਣ ਨੇ ਕੇਵਲ ਵੇਦ ਵਿਦਿਆ ਦਾ ਮੁਤਾਲਿਆ ਕਰਨਾ, ਇਸ ਨੂੰ ਹੀ ਧਰਮ ਸਮਝ ਰੱਖਿਆ ਤੇ ਠੀਕ ਨਹੀਂ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਨੇ ਦੇਸ਼ ਧਰਮ ਵਾਸਤੇ ਸ਼ਾਸਤਰ ਚਲਾਉਣੇ, ਦੇਸ਼ ਦੀ ਰੱਖਿਆ ਕਰਨੀ, ਸੂਰਮਿਆਂ ਵਾਲੇ ਕਰਮ ਕਰਨੇ, ਇਸ ਨੂੰ ਧਰਮ ਸਮਝ ਰੱਖਿਆ। ਭਾਵ ਕਿ ਉਹ ਕਹਿੰਦਾ ਮੇਰਾ ਹੀ ਧਰਮ ਹੈ। ਤੇ ਸ਼ੂਦਰ ਦਾ ਕਰਮ ਹੈ ਤਿੰਨਾਂ ਵਰਣਾਂ ਦੀ, ਦੂਜਿਆਂ ਧਰਮਾਂ ਦੇ ਲੋਕਾਂ ਦੀ ਸੇਵਾ ਕਰਨੀ। ਪਾਤਸ਼ਾਹ ਦੀ ਕਹਿੰਦੇ ਤੇ ਇਹ ਤੇ ਠੀਕ ਹੈ। ਪਹਿਲਾਂ ਧਰਮ ਦਾ ਮਤਲਬ ਸਮਝੀਏ ਕਿ ਧਰਮ ਦਾ ਮਤਲਬ ਕੀ ਹੈ। ਧਰਮ ਦਾ ਮਤਲਬ ਕੀ ਹੁੰਦਾ, ਅਸੀਂ ਇਹ ਗੱਲ ਸਮਝੀਏ। ਧਰਮ ਦਾ ਮਤਲਬ ਹੈ ਇੱਕ ਨਿਯਮ, ਜੋ ਵਿਸ਼ਵ ਵਿਆਪੀ ਨਿਯਮ ਹੈ, ਜੋ ਸਭ ਦੇ ਉੱਤੇ ਲਾਗੂ ਹੁੰਦਾ ਹੈ। ਸਾਹਿਬ ਕਹਿੰਦੇ ਨੇ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਜਪ, ਹਰ ਕੋ ਨਾਮ ਜਪ,
ਨਿਰਮਲ ਧਰਮ। ਅਸਲ ਵਿੱਚ ਧਰਮ ਦਾ ਮਤਲਬ ਹੈ ਜੋ ਧਾਰਨ ਯੋਗ ਨਿਯਮ ਵਿਸ਼ਾ ਹੈ, ਤੇ ਜਿਸ ਤੋਂ ਬਿਨਾਂ ਜਿਹੜਾ ਮਨੁੱਖ ਹੈ ਉਹ ਪਸ਼ੂਪਣਾ ਨਹੀਂ ਛੱਡ ਸਕਦਾ। ਈਰਖਾ ਦੁਆਖ ਇਹ ਨਹੀਂ ਛੱਡਦਾ। ਤੇ ਵਿਸ਼ਵ ਵਿਆਪੀ ਧਰਮ ਸਰਬ ਸਾਂਝੇ ਧਰਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੇਤਾ ਮੀਤਾ ਜੀਓ ਹਮਾਰਾ ਬਾਲ ਬਾਲ ਜਾਸੀ ਹਰ ਦਰਸ਼ਨ ਦੇ ਦਿਖਾਈ। ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਸਾਹਿਬ ਕਹਿੰਦੇ ਨੇ ਵਿਸ਼ਵ ਵਿਆਪੀ ਤੇ ਸਭ ਤੋਂ ਉੱਤਮ ਧਰਮ ਕਿਹੜਾ ਹੈ? ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਭਾਵ ਕਿ ਜਿਹੜਾ ਅਸਲ ਵਿੱਚ ਉਹ ਰਸਤਾ, ਉਹ ਮਾਰਗ ਹੀ ਧਰਮ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਮਿਲਾਪ ਨਾਲ ਜੀਵ ਨੂੰ ਮਿਲਾਪ ਵਾਲੇ ਵਿਸ਼ੇ ਨਾਲ ਜੀਵ ਨੂੰ ਜੋੜ ਦਿੰਦਾ ਹੈ। ਤਾਂ ਸਾਹਿਬ ਕਹਿੰਦੇ, ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਦਾ ਮੁੱਖ ਧਰਮ, ਸ਼ਬਦ ਦਾ ਅਰਥ ਧਰਮ, ਉਹ ਇੱਕ ਹੈ, ਇੱਕੋ ਹੀ ਧਰਮ ਹੈ। ਤੇ ਉਹ ਧਰਮ ਕਿਹੜਾ ਹੈ? ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਪ੍ਰਭ ਕੈ ਸਿਮਰਨ ਉਧਰੈ ਮੂਚਾ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜ ਜਾਣਾ। ਜੇ ਕੋਈ ਇਸ ਭੇਦ ਨੂੰ ਸਮਝ ਲਵੇ, ਜਾਣ ਲਵੇ, ਤਾਂ ਸਾਹਿਬ ਕਹਿੰਦੇ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਉਹੀ ਮਨੁੱਖ ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਇਸ ਲਈ ਸਾਹਿਬ ਜੀ ਮਹਾਰਾਜ ਦੇ ਬਚਨ ਨੇ ਕਿ ਉਸ ਦਾ ਮੈਂ ਦਾਸ ਹਾਂ। ਇਸ ਵਾਸਤੇ ਸੰਖੇਪ ਵਿੱਚ ਕਹਿ ਲਈਏ ਕਿ ਯੋਗ ਮਤ ਦਾ ਧਰਮ ਗਿਆਨ ਦਾ ਧਰਮ ਹੈ, ਆਪਣੇ ਆਪ ਨੂੰ ਸਮਝਣਾ ਤੇ ਗਿਆਨ ਪ੍ਰਾਪਤ ਕਰਨਾ। ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦਾ ਪਾਠ ਜਾਂ ਅਭਿਆਸ ਕਰਨਾ। ਖੱਤਰੀਆਂ ਦਾ ਧਰਮ ਹੈ ਸੂਰਮਿਆਂ ਵਾਲੇ ਕੰਮ ਕਰਨੇ, ਤੇ ਸ਼ੂਦਰਾਂ ਦਾ ਧਰਮ ਹੈ ਪਰਾਈ ਕਿਤ ਟਹਿਲ ਸੇਵਾ ਕਰਨੀ। ਪਰੰਤੂ ਸਾਰੇ ਜੀਆਂ ਦਾ ਧਰਮ ਤੇ ਨਾਮ ਜਪਣਾ ਹੈ। ਜੇ ਕੋਈ ਮਨੁੱਖ ਇਸ ਭੇਦ ਨੂੰ ਸਮਝ ਲਵੇ ਤਾਂ ਸਾਹਿਬ ਕਹਿੰਦੇ, ਮੈਂ ਉਸ ਦਾ ਸੇਵਕ ਹਾਂ। ਅਤੇ ਉਹੀ ਮਨੁੱਖ ਮਾਇਆ ਤੋਂ ਰਹਿਤ ਪ੍ਰਕਾਸ਼ ਰੂਪ ਮਾਇਆ ਤੋਂ ਨਿਰਲੇਪ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਉਹਦੇ ਧਰਮ ਵਾਲਾ ਮਾਲਕ ਬਣ ਜਾਂਦਾ ਹੈ। ਉਹਦੇ ਅਸਲ ਧਰਮ ਨੂੰ ਉਹ ਸਮਝ ਲੈਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਓ ਜੀ। ਪ੍ਰਚਾਰਕ ਸੁਚੇਤਨਾ ਸਥਾਨ ਦੇ ਸਾਰੇ ਵਿਦਵਾਨਾਂ ਨੂੰ ਦਾਸ ਮਨਜੀਤ ਸਿੰਘ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।